हे फ्रेंड्स, ਅੱਜ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਆਲ ਐਕਸਕਲੂਸਿਵ 'ਤੇ। ਅੱਜ ਅਸੀਂ ਤੁਹਾਨੂੰ ਕਲਾਸ 10ਵੀਂ ਦੀ ਪੰਜਾਬੀ ਦੀ ਪੁਸਤਕ ਸਾਹਿਤਕ ਰੰਗ ਭਾਗ 2 ਵਿੱਚੋਂ ਅਸੀਂ ਚੈਪਟਰ ਏਅਰਫੋਨ ਦੀ ਤੁਹਾਨੂੰ ਸਮਰੀ ਅਤੇ ਉਹਦੀ ਪੂਰੀ ਐਕਸਪਲੇਨੇਸ਼ਨ ਕਿ ਉਸ ਪਾਠ ਵਿੱਚ ਹੈ ਕੌਣ ਹੈ, ਕੀ ਕਹਾਣੀ ਪੂਰੀ ਹੈ, ਕਿ ਇਸ ਵਿੱਚ ਤੁਹਾਨੂੰ ਸਾਰਾ ਕੁਛ ਦੱਸਾਂਗੇ। ਅਤੇ ਈਅਰਫੋਨ ਚੈਪਟਰ ਪਹਿਲਾਂ ਅਸੀਂ ਨਿਕਾਲ ਲਈਏ। ਏਅਰਫੋਨ ਚੈਪਟਰ ਦੇ ਨਿਰਮਾਤਾ ਲੇਖਕ ਹਨ ਬਲਵਿੰਦਰ ਸਿੰਘ ਸੋਢੀ। ਇਸ ਵਿੱਚ ਮੁੱਖ ਕਿਰਦਾਰ ਇੱਕ ਕੁੜੀ ਦਾ ਹੈ ਜੋ ਹੈ ਮੀਨਾਕਸ਼ੀ। ਮੀਨਾਕਸ਼ੀ ਦੀ ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਉਸ ਦੀ ਮੰਮੀ ਉਸਨੂੰ ਡਾਂਟਦੇ ਹੋਏ ਕਹਿੰਦੀ ਹੈ ਕਿ ਹੁਣ ਤੂੰ ਏਅਰਫੋਨ ਛੱਡ ਦੇ, ਤੈਨੂੰ 2 ਘੰਟੇ ਹੋ ਗਏ ਹਨ ਗਾਣੇ ਸੁਣਦੇ ਨੂੰ। ਪਰ ਮੀਨਾਕਸ਼ੀ ਹਮੇਸ਼ਾ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੰਦੀ। ਉਸਨੂੰ ਜੋ ਚੰਗਾ ਲੱਗਦਾ ਉਹ ਮਨਮੌਜੀ ਹੈ, ਉਸਨੂੰ ਜੋ ਚੰਗਾ ਲੱਗਦਾ ਉਹ ਉਹੀ ਕਰੇਗੀ। ਇਸ ਲਈ ਉਹ ਨਾ ਮੰਮੀ ਦੀ ਗੱਲ ਸੁਣਦੀ ਹੈ। ਸਵੇਰ ਤੋਂ ਦੁਪਹਿਰ ਤੱਕ ਸਕੂਲ ਦੀ ਪੜ੍ਹਾਈ ਕਰਕੇ ਥੱਕ ਜਾਂਦੀ ਹੈ ਅਤੇ ਇਹ ਸਭ ਬਹਾਨੇ ਬਣਾ ਕੇ ਉਹ ਮੰਮੀ ਨੂੰ ਮਨਾ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਮੈਨੂੰ ਏਅਰਫੋਨ 'ਤੇ ਗਾਣੇ ਸੁਣਨ ਦਿਓ। ਮੀਨਾਕਸ਼ੀ ਇੱਕ ਬਹੁਤ ਹੀ ਹੁਸ਼ਿਆਰ ਲੜਕੀ ਹੈ, ਪਰ ਉਸਨੂੰ ਏਅਰਫੋਨ ਦੀ ਲੱਤ ਲੱਗ ਚੁੱਕੀ ਹੈ। ਇਸ ਲਈ ਉਹ ਪੂਰਾ ਦਿਨ ਏਅਰਫੋਨ ਨਾਲ ਲੱਗੀ ਰਹਿੰਦੀ ਹੈ। ਇਸ ਕਾਰਨ ਉਸਦੇ ਮੰਮੀ ਪਾਪਾ ਬਹੁਤ ਪਰੇਸ਼ਾਨ ਹੁੰਦੇ ਹਨ। ਉਸਦੀ ਮੰਮੀ ਉਸਨੂੰ ਕਹਿੰਦੀ ਹੈ ਕਿ ਤੂੰ ਦੇਰ ਤੱਕ ਗਾਣੇ ਨਹੀਂ ਸੁਣਦੇ, ਤੂੰ ਅਖਬਾਰ ਪੜ੍ਹ, ਤੂੰ TV ਵੇਖ। ਅਤੇ ਉਸਦੀ ਮੰਮੀ ਉਸ ਨਾਲ ਕੈਰਮ ਬੋਰਡ ਖੇਡਣ ਵਾਸਤੇ ਵੀ ਕਹਿੰਦੀ ਹੈ, ਪਰ ਮੀਨਾਕਸ਼ੀ ਮੰਨ ਵੀ ਜਾਂਦੀ ਹੈ। ਮਾਂ ਧੀ ਕੈਰਮ ਬੋਰਡ ਖੇਡਣ ਲੱਗਦੇ ਹਨ। ਕਰੀਬ 10 ਕੁ ਮਿੰਟ ਹੁੰਦੇ ਹਨ ਕਿ ਮੀਨਾਕਸ਼ੀ ਦੀ ਇੱਕ ਦੋਸਤ ਮੀਨਾਕਸ਼ੀ ਦੀ ਮੰਮੀ ਦੀ ਦੋਸਤ ਉਸਦੇ ਘਰ ਆ ਜਾਂਦੀ ਹੈ। ਮੀਨਾਕਸ਼ੀ ਦੀ ਮੰਮੀ ਦਾ ਸਹੇਲੀ ਦਾ ਨਾਮ ਹੁੰਦਾ ਹੈ ਪੂਨਮ। ਮੀਨਾਕਸ਼ੀ ਦੀ ਮੰਮੀ ਉਸਨੂੰ ਡਰਾਇੰਗ ਰੂਮ ਵਿੱਚ ਬਿਠਾ ਦਿੰਦੀ ਹੈ, ਚਾਹ ਬਣਾਉਣ ਲੱਗ ਪੈਂਦੀ ਹੈ। ਉੱਧਰ ਮੀਨਾਕਸ਼ੀ ਨੂੰ ਏਅਰਫੋਨ 'ਤੇ ਗਾਣੇ ਸੁਣਨ ਦਾ ਮੌਕਾ ਮਿਲ ਜਾਂਦਾ ਹੈ। ਮੀਨਾਕਸ਼ੀ ਦੀ ਮੰਮੀ, ਜਿਸ ਦਾ ਨਾਂ ਹੈ ਨਿਸ਼ਾ, ਅਤੇ ਉਸਦੀ ਦੋਸਤ ਪੂਨਮ ਦੋਨੋਂ ਚਾਹ ਪੀ ਕੇ ਗੱਲਾਂ ਕਰ ਰਹੀਆਂ ਹੁੰਦੀਆਂ ਹਨ ਕਿ ਨਿਸ਼ਾ ਨੇ ਪੂਨਮ ਕੋਲ ਏਅਰਫੋਨ ਦੀ ਗੱਲ ਕਰਦਿਆਂ ਫਿਰ ਛੇੜੀ। ਉਸਨੇ ਕਿਹਾ ਕਿ ਉਸਦੀ ਬੇਟੀ ਮੀਨਾਕਸ਼ੀ ਸਾਰਾ ਦਿਨ ਏਅਰਫੋਨ ਦਾ ਛੇੜਾ ਨਹੀਂ ਛੱਡਦੀ। ਅੱਗੋਂ ਉਸਦੀ ਦੋਸਤ ਪੂਨਮ ਨੇ ਵੀ ਕਿਹਾ, ਉਸਨੇ ਕਿਹਾ ਕਿ ਮੇਰਾ ਬੇਟਾ ਉਹ ਵੀ ਸਾਰਾ ਦਿਨ ਏਅਰਫੋਨ ਨਾਲ ਚੰਬੜਿਆ ਰਹਿੰਦਾ ਹੈ। ਅੱਧੇ ਕੁ ਘੰਟੇ ਬਾਅਦ ਪੂਨਮ ਜਿੱਦਾਂ ਗਈ, ਮੀਨਾਕਸ਼ੀ ਦੇ ਪਾਪਾ ਘਰ ਆ ਗਏ। ਪਾਪਾ ਅੰਦਰ ਜਾ ਕੇ ਵੇਖਿਆ ਕਿ ਏਅਰਫੋਨ ਨਾਲ ਲੱਗੀ ਹੋਈ ਹੈ ਮੀਨਾਕਸ਼ੀ। ਅੱਖਾਂ ਬੰਦ ਕਰਕੇ ਉਹ ਮਸਤੀ ਵਿੱਚ ਝੂਮ ਰਹੀ ਹੈ। ਉਸਨੂੰ ਕੁਛ ਨਹੀਂ ਪਤਾ ਕਿ ਕੌਣ ਆ ਰਿਹਾ, ਕੌਣ ਜਾ ਰਿਹਾ ਹੈ। ਮੀਨਾਕਸ਼ੀ ਦੇ ਪਾਪਾ ਨੇ ਚੁੱਪਚਾਪ ਕੁਰਸੀ 'ਤੇ ਬੈਠ ਗਏ। 5 ਕੁ ਮਿੰਟਾਂ ਬਾਅਦ ਜਦੋਂ ਮੀਨਾਕਸ਼ੀ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਫਿਰ ਉਸਨੇ ਵੇਖਿਆ ਕਿ ਉਸਦੇ ਪਾਪਾ ਉਸਦੇ ਸਾਹਮਣੇ ਬੈਠੇ ਹੋਏ ਹਨ। ਪਾਪਾ ਤੁਸੀਂ ਕਦੋਂ ਆਏ? ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਮੀਨਾਕਸ਼ੀ ਬਹੁਤ ਹੈਰਾਨੀ ਨਾਲ ਬੋਲੀ। ਥੋੜ੍ਹਾ ਹੀ ਸਮਾਂ ਹੋਇਆ ਹੈ, ਪਾਪਾ ਨੇ ਜਵਾਬ ਦਿੱਤਾ। ਮਾਫ਼ ਕਰਨਾ ਪਾਪਾ, ਮੈਂ ਤੁਹਾਨੂੰ ਵੇਖਿਆ ਹੀ ਨਹੀਂ, ਤਾਂ ਹੀ ਦੁਨੀਆ ਜਹਾਨ ਤੋਂ ਬੇਖਬਰ ਹੈ, ਪਾਪਾ ਨੇ ਵਿਅੰਗ ਕੱਸਿਆ। ਪਾਪਾ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਬੇਟਾ, ਸਾਰਾ ਦਿਨ ਏਅਰਫੋਨ 'ਤੇ ਗਾਣੇ ਸੁਣਨਾ ਚੰਗੀ ਗੱਲ ਨਹੀਂ ਹੈ। ਇਸ ਨਾਲ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਹੈ, ਨਾਲੇ ਅਜੇ ਤੇਰੀ ਉਮਰ ਹੀ ਕੀ ਹੈ। ਪਰ ਮੀਨਾਕਸ਼ੀ ਤਾਂ ਮਨਮੌਜੀ ਸੀ। ਉਹ ਕਿਸੇ ਦੀ ਸੁਣਦੀ ਸੀ, ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਕੱਢਣ ਦੇਣ ਵਾਲੀ ਸੀ। ਫਿਰ ਉਸਨੇ ਕਿਹਾ, ਸੌਰੀ ਪਾਪਾ, ਮੈਂ ਅੱਗੋਂ ਤੋਂ ਤੁਹਾਡੀਆਂ ਗੱਲਾਂ ਦਾ ਧਿਆਨ ਰੱਖਾਂਗੀ। ਪਰ ਮੀਨਾਕਸ਼ੀ ਧਿਆਨ ਰੱਖਣ ਵਾਲਿਆਂ ਵਿੱਚੋਂ ਨਹੀਂ ਸੀ। ਮੀਨਾਕਸ਼ੀ ਦੇ ਮੰਮੀ ਪਾਪਾ ਉਸਦੇ ਏਅਰਫੋਨ ਦੀ ਵਰਤੋਂ ਪ੍ਰਤੀ ਬਹੁਤ ਪਰੇਸ਼ਾਨ ਸਨ। ਉਹਨਾਂ ਨੇ ਕਈ ਵਾਰ ਗੁੱਸੇ ਨਾਲ ਕਹਿ ਕੇ ਵੇਖ ਲਿਆ, ਪਰੰਤੂ ਮੀਨਾਕਸ਼ੀ 'ਤੇ ਕੋਈ ਅਸਰ ਨਹੀਂ ਸੀ ਹੁੰਦਾ। ਫਿਰ ਮੀਨਾਕਸ਼ੀ 12ਵੀਂ ਦੀ ਜਮਾਤ ਵਿੱਚ ਪੜ੍ਹਦੀ ਸੀ। ਉਹ ਪੜ੍ਹਾਈ ਵਿੱਚ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਹਰ ਵਾਰ ਪਹਿਲੇ ਨੰਬਰ 'ਤੇ ਆਉਂਦੀ ਸੀ। ਅਤੇ ਉਸਦੇ ਸਾਲਾਨਾ ਪੇਪਰ ਆ ਗਏ, ਪਰ ਮੀਨਾਕਸ਼ੀ ਫਿਰ ਵੀ ਏਅਰਫੋਨ ਨਹੀਂ ਛੱਡੇ। ਉਸ 'ਤੇ ਫਿਰ ਵੀ ਏਅਰਫੋਨ ਦਾ ਭੂਤ ਸਵਾਰ ਸੀ। ਅੱਧੀ ਰਾਤ ਤੱਕ ਏਅਰਫੋਨ 'ਤੇ ਗਾਣੇ ਸੁਣਦੀ ਰਹਿੰਦੀ ਸੀ। ਜਦ ਕਦੇ ਮੰਮੀ ਪਾਪਾ ਸਾਹਮਣੇ ਆ ਜਾਂਦੇ ਤਾਂ ਏਅਰਫੋਨ ਹਟਾ ਲੈਂਦੀ ਅਤੇ ਪੜ੍ਹਨ ਲੱਗ ਪੈਂਦੀ। ਉਹਨਾਂ ਦੇ ਜਾਣ ਮਗਰੋਂ ਫਿਰ ਕੰਨਾਂ 'ਤੇ ਧਰ ਲੈਂਦੀ। ਪੇਪਰ ਖ਼ਤਮ ਹੋਣ ਮਗਰੋਂ ਮੀਨਾਕਸ਼ੀ ਆਪਣੀ ਭੂਆ ਦੇ ਘਰ ਚਲੀ ਗਈ। ਉੱਥੇ ਉਸਨੂੰ ਲਹਿਰਾਂ ਬਹਿਰਾਂ ਲੱਗੀਆਂ। ਭੂਆ ਨਾ ਕੋਈ ਰੋਕ ਟੋਕ ਕਰ ਸਕਦੀ ਸੀ। ਭੂਆ ਥੋੜ੍ਹੀ ਨਾ ਨੁੱਕਰ ਕਰਦੀ ਸੀ, ਪਰ ਮੀਨਾਕਸ਼ੀ ਕਿੱਥੇ ਰੁਕਣ ਵਾਲੀ ਸੀ। ਨਾਲ ਕਿਸੇ ਦੇ ਬੱਚੇ ਨੂੰ ਜ਼ਿਆਦਾ ਕਹਿਣਾ ਵੀ ਨਹੀਂ ਚਾਹੀਦਾ। ਕਾਫੀ ਦਿਨਾਂ ਬਾਅਦ 12ਵੀਂ ਦਾ ਨਤੀਜਾ ਆ ਗਿਆ। ਆਉਣ ਮਗਰੋਂ ਮੀਨਾਕਸ਼ੀ ਦੇ ਮੰਮੀ ਪਾਪਾ ਉਸਨੂੰ ਭੂਆ ਦੇ ਘਰੋਂ ਲੈ ਆਏ।
ਪਾਪਾ ਮੈਂ ਫਸਟ ਆਈ। ਮੀਨਾਕਸ਼ੀ ਇਸ ਵਾਰ ਵੀ ਫਸਟ ਆਈ। ਐਵੇਂ ਤੁਸੀਂ ਮੈਨੂੰ ਸਾਰਾ ਦਿਨ ਟੋਕਦੇ ਰਹਿੰਦੇ ਹੋ ਕਿ ਈਅਰਫੋਨ ਛੱਡ ਦੇ, ਪੜ੍ਹਾਈ ਖ਼ਰਾਬ ਹੋਏਗੀ। ਕਿੰਨੀ ਕੁ ਪੜ੍ਹਾਈ ਖ਼ਰਾਬ ਹੋ ਗਈ। ਇਸ ਤਰ੍ਹਾਂ ਮੀਨਾਕਸ਼ੀ ਨੇ ਆਪਣੇ ਪਾਪਾ ਨੂੰ ਕਿਹਾ। ਬੇਟਾ ਜੀ ਅਸੀਂ ਤਾਂ ਹੁਣ ਵੀ ਤੁਹਾਨੂੰ ਈਅਰਫੋਨ ਲਗਾਉਣ ਤੋਂ ਮਨਾ ਕਰਦੇ ਹਾਂ, ਇਸ ਨਾਲ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਹੈ। ਪਾਪਾ ਨੇ ਫਿਰ ਵੀ ਉਸਨੂੰ ਸਮਝਾਉਣ ਦੀ ਕੀਤੀ, ਪਰ ਮੀਨਾਕਸ਼ੀ ਤਾਂ ਫਸਟ ਆ ਗਈ। ਇਸ ਨਾਲ ਉਹ ਹੋਰ ਸਿਰ 'ਤੇ ਚੜ੍ਹ ਗਈ। ਹੁਣ ਉਸਨੇ ਆਪਣੇ ਪਾਪਾ ਕੋਲ ਮੋਬਾਈਲ ਫ਼ੋਨ ਗਿਫਟ ਮੰਗ ਲਿਆ। ਉਸਨੇ ਕਿਹਾ ਕਿ 20 ਕੁ ਦਿਨਾਂ ਬਾਅਦ ਮੇਰਾ ਜਨਮਦਿਨ ਆਉਣ ਲੱਗਾ ਹੈ, ਮੈਂ ਆਪਣੇ ਦੋਸਤਾਂ ਲਈ ਪਾਰਟੀ ਰੱਖਣੀ ਹੈ ਅਤੇ ਨਾਲ ਮੈਨੂੰ ਇੱਕ ਮੋਬਾਈਲ ਫ਼ੋਨ ਵੀ ਗਿਫਟ ਵਿੱਚ ਦੇਵੋ। ਪਾਰਟੀ ਰੱਖਣ ਲਈ ਘਰ ਦਾ ਕੁਝ ਸਮਾਨ ਲੈਣ ਲਈ ਮੀਨਾਕਸ਼ੀ ਆਪਣੇ ਮੰਮੀ ਪਾਪਾ ਨਾਲ ਬਾਜ਼ਾਰ ਗਈ। ਉਸਨੇ ਪਹਿਲਾਂ ਹੀ ਮੰਮੀ ਪਾਪਾ ਨੂੰ ਦੱਸ ਦਿੱਤਾ ਸੀ ਕਿ ਇਸਨੂੰ ਇਸ ਮੌਕੇ 'ਤੇ ਸਾਰਿਆਂ ਨੂੰ ਘਰ ਬੁਲਾ ਕੇ ਪਾਰਟੀ ਦੇਵੇਗੀ ਅਤੇ ਇਸ ਲਈ ਡਰਾਇੰਗ ਰੂਮ ਦੇ ਪਰਦੇ, ਸੋਫਾ ਸੈੱਟ ਕਵਰ ਅਤੇ ਹੋਰ ਸਜਾਵਟੀ ਸਮਾਨ ਲਈ ਉਹ ਜਦੋਂ ਬਾਜ਼ਾਰ ਗਏ ਤਾਂ ਕਾਰ ਪਾਰਕਿੰਗ ਵਿੱਚ ਲਗਾ ਕੇ ਬਾਜ਼ਾਰ ਵੱਲ ਜਾਣ ਲੱਗੇ ਤਾਂ ਮੀਨਾਕਸ਼ੀ ਨੇ ਸੁਭਾਵਕ ਹੀ ਈਅਰਫੋਨ ਕੰਨਾਂ ਵਿੱਚ ਲਗਾ ਲਿਆ। ਸੜਕ ਪਾਰ ਕਰਦਿਆਂ ਹੋਇਆਂ ਮੀਨਾਕਸ਼ੀ ਨੇ ਈਅਰਫੋਨ ਕੰਨਾਂ ਨੂੰ ਲਗਾਏ ਹੋਏ ਸਨ, ਪਰ ਮੀਨਾਕਸ਼ੀ ਦਾ ਮੂਡ ਨੂੰ ਵੇਖ ਕੇ ਚੁੱਪ-ਚਾਪ ਵੱਟ ਗਏ ਅਤੇ ਮੀਨਾਕਸ਼ੀ ਦੇ ਮੰਮੀ ਪਾਪਾ ਨੇ ਕੁਛ ਨਹੀਂ ਕਿਹਾ ਕਿ ਬੇਟੀ ਨਾਰਾਜ਼ ਨਾ ਹੋ ਜਾਏ। ਉਸ ਤੋਂ ਬਾਅਦ ਮੀਨਾਕਸ਼ੀ ਦੇ ਮੰਮੀ ਪਾਪਾ ਨੇ ਸੜਕ ਪਾਰ ਕਰ ਲਈ। ਉਹ ਅੱਗੇ ਨਿਕਲ ਗਏ ਪਰ ਮੀਨਾਕਸ਼ੀ ਪਿੱਛੇ ਰਹਿ ਗਈ। ਉਹ ਮਸਤੀ ਵਿੱਚ ਜਿਉਂ ਹੀ ਸੜਕ ਪਾਰ ਕਰਨ ਲੱਗੀ ਤਾਂ ਇੱਕ ਮੋਟਰਸਾਈਕਲ ਨਾਲ ਉਸਦੀ ਟੱਕਰ ਹੋ ਗਈ। ਮੀਨਾਕਸ਼ੀ ਜ਼ਮੀਨ 'ਤੇ ਡਿੱਗ ਪਈ, ਉੱਚੀ-ਉੱਚੀ ਚੀਕਾਂ ਮਾਰਨ ਲੱਗੀ। ਉਸਦੀ ਸੱਜੀ ਲੱਤ ਲਹੂ ਲੁਹਾਨ ਹੋਈ ਪਈ ਸੀ। ਇਸ ਹਾਦਸੇ ਨੂੰ ਵੇਖ ਕੇ ਬਾਜ਼ਾਰ ਵਿੱਚ ਕਾਫੀ ਭੀੜ ਇਕੱਠੀ ਹੋ ਗਈ। ਇੰਨੇ ਨੂੰ ਮੀਨਾਕਸ਼ੀ ਦੇ ਮੰਮੀ ਪਾਪਾ ਵੀ ਆ ਗਏ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਉਹ ਰਿਕਸ਼ਾ 'ਤੇ ਬਿਠਾ ਕੇ ਮੀਨਾਕਸ਼ੀ ਨੂੰ ਕਾਰ ਪਾਰਕਿੰਗ ਤੱਕ ਲਿਆਏ, ਫਿਰ ਹਸਪਤਾਲ ਲੈ ਗਏ। ਹਸਪਤਾਲ ਵਿੱਚ ਡਾਕਟਰਾਂ ਨੇ ਬਾਅਦ 'ਚ ਦੱਸਿਆ ਕਿ ਉਸਦੀ ਲੱਤ ਦੀ ਹੱਡੀ ਟੁੱਟ ਚੁੱਕੀ ਹੈ। ਇਸ 'ਤੇ ਪਲਸਤਰ ਲਗਾ ਦਿੱਤਾ। ਮੀਨਾਕਸ਼ੀ ਦੇ ਮੰਮੀ ਪਾਪਾ ਨੂੰ ਪਤਾ ਸੀ ਕਿ ਇਹ ਹਾਦਸਾ ਈਅਰਫੋਨ ਦੇ ਕਾਰਨ ਵਾਪਰਿਆ ਹੈ। ਆਂਢੀ ਗੁਆਂਢੀ ਅਤੇ ਹੋਰ ਰਿਸ਼ਤੇਦਾਰ ਉਸਦਾ ਪਤਾ ਲੈਣ ਆਏ। ਮੀਨਾਕਸ਼ੀ ਨੇ ਬੇਝਿਜਕ ਸਭ ਨੂੰ ਦੱਸ ਦਿੱਤਾ ਕਿ ਇਹ ਹਾਦਸਾ ਈਅਰਫੋਨ ਦੇ ਕਾਰਨ ਉਸਦੀ ਲਾਪਰਵਾਹੀ ਦੇ ਕਾਰਨ ਵਾਪਰਿਆ ਹੈ। ਹੁਣ ਮੀਨਾਕਸ਼ੀ ਬਹੁਤ ਪਛਤਾ ਰਹੀ ਸੀ। ਮੰਮੀ ਪਾਪਾ ਦੀ ਗੱਲ ਨਾ ਮੰਨਣ ਦਾ ਉਸਨੂੰ ਅੰਦਰੋਂ ਅੰਦਰ ਅਫਸੋਸ ਹੋ ਰਿਹਾ ਸੀ। ਉਹ ਆਪਣੇ ਆਪ ਨੂੰ ਕੋਸ ਰਹੀ ਸੀ। ਮੀਨਾਕਸ਼ੀ ਨੂੰ ਠੀਕ ਹੋਣ ਵਿੱਚ 3 ਮਹੀਨੇ ਲੱਗ ਗਏ। ਇਸ ਦੌਰਾਨ ਉਸਦਾ ਮਨ ਬਹੁਤ ਹੀ ਉਦਾਸ ਸੀ। ਉਹ ਆਪਣੀਆਂ ਗਲਤੀਆਂ 'ਤੇ ਝੂਰਦੀ ਰਹੀ। ਮੰਮੀ ਪਾਪਾ ਦੀਆਂ ਈਅਰਫੋਨ ਨਾ ਲਗਾਉਣ ਸੰਬੰਧੀ ਪਹਿਲੀਆਂ ਦਿੱਤੀਆਂ ਹਿਦਾਇਤਾਂ ਨਸੀਹਤਾਂ ਨੂੰ ਨਾ ਮੰਨਣ ਲਈ ਆਪਣੇ ਅੜੀਅਲ ਰਵੱਈਏ ਦੀਆਂ ਗੱਲਾਂ ਯਾਦ ਕਰਕੇ ਉਸਨੂੰ ਬਹੁਤ ਸ਼ਰਮ ਆ ਰਹੀ ਸੀ। ਹਾਂਜੀ, ਟਿੱਪਣੀ। ਹੁਣ ਸਾਨੂੰ ਇਸ ਕਹਾਣੀ ਤੋਂ ਕੀ ਪਤਾ ਲੱਗਦਾ ਹੈ? ਅੱਜ ਦੇ ਮਾਹੌਲ ਵਿੱਚ ਸਾਡੀ ਨੌਜਵਾਨ ਪੀੜ੍ਹੀ ਈਅਰਫੋਨ ਦੀ ਹੱਦ ਤੋਂ ਵੱਧ ਵਰਤੋਂ ਕਰ ਰਹੀ ਹੈ। ਹਰ ਪਾਸੇ ਸਾਡੇ ਮੁੰਡੇ ਕੁੜੀਆਂ ਅਕਸਰ ਕੰਨਾਂ ਵਿੱਚ ਈਅਰਫੋਨ ਲਗਾ ਕੇ ਸੁਣਦੇ ਹਨ। ਉਹਨਾਂ ਨੂੰ ਉਸ ਸਮੇਂ ਆਪਣੀ ਕੋਈ ਸੁੱਧ-ਬੁੱਧ ਨਹੀਂ ਹੁੰਦੀ। ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਜੇ ਬੱਚੇ ਵੱਡਿਆਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਮਨਮਰਜ਼ੀ ਕਰਦੇ ਹਨ ਤਾਂ ਉਹ ਬਾਅਦ ਵਿੱਚ ਪਛਤਾਉਂਦੇ ਹਨ। ਇਸ ਕਹਾਣੀ ਦੇ ਵਿੱਚ ਮੀਨਾਕਸ਼ੀ ਦੇ ਬਿਰਤਾਂਤ ਰਾਹੀਂ ਦੱਸਿਆ ਗਿਆ ਹੈ ਕਿ ਇਹ ਵਾਰ-ਵਾਰ ਈਅਰਫੋਨ ਦੀ ਵਰਤੋਂ ਕਰਦੀ ਹੈ, ਮੰਮੀ ਪਾਪਾ ਦੀ ਗੱਲ ਨਹੀਂ ਮੰਨਦੀ। ਅਖੀਰ ਵਿੱਚ ਉਸਦੀ ਬੁਰੀ ਆਦਤ ਕਾਰਨ ਉਸਦੀ ਲੱਤ ਟੁੱਟ ਜਾਂਦੀ ਹੈ। ਉਸਨੂੰ ਮਹਿਸੂਸ ਹੁੰਦਾ ਹੈ ਕਿ ਉਸਦੇ ਮਾਪਿਆਂ ਦੀ ਗੱਲ 'ਤੇ ਧਿਆਨ ਦੇਣਾ ਚਾਹੀਦਾ ਸੀ ਕਿ ਈਅਰਫੋਨ 'ਤੇ ਜ਼ਿਆਦਾ ਗਾਣੇ ਨਹੀਂ ਸੁਣਨੇ ਚਾਹੀਦੇ ਸਨ। ਹੁਣ ਇਸ ਤੋਂ ਬਾਅਦ ਅਸੀਂ ਅਭਿਆਸ 'ਤੇ ਆਉਂਦੇ ਹਾਂ। ਇਹ ਹਨ ਪਾਠ ਦੇ ਕੁਝ ਪ੍ਰਸ਼ਨ ਉੱਤਰ। ਮੰਮੀ ਪਾਪਾ ਮੀਨਾਕਸ਼ੀ ਨੂੰ ਕਿਸ ਗੱਲ ਤੋਂ ਟੋਕਦੇ ਸਨ? ਮੰਮੀ ਪਾਪਾ ਕਿਸ ਗੱਲ ਤੋਂ ਟੋਕਦੇ ਸਨ? ਹੁਣੇ ਮੈਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਮੰਮੀ ਪਾਪਾ ਮੀਨਾਕਸ਼ੀ ਨੂੰ ਈਅਰਫੋਨ 'ਤੇ ਗਾਣੇ ਸੁਣਨ ਤੋਂ ਟੋਕਦੇ ਸਨ। ਕੀ ਮੀਨਾਕਸ਼ੀ ਈਅਰਫੋਨ ਦੀ ਵਰਤੋਂ ਕਰਕੇ ਫੇਲ ਹੋ ਗਈ? ਨਹੀਂ। 12ਵੀਂ ਦਾ ਜਦੋਂ ਨਤੀਜਾ ਆਇਆ ਤਾਂ ਮੀਨਾਕਸ਼ੀ ਪਹਿਲੇ ਦਰਜੇ 'ਤੇ ਆਈ। ਮੀਨਾਕਸ਼ੀ ਦੀ ਮਾਂ ਉਸ ਨਾਲ ਕੀ ਖੇਡਣਾ ਚਾਹੁੰਦੀ ਸੀ? ਮੀਨਾਕਸ਼ੀ ਦੀ ਮਾਂ ਉਸ ਨਾਲ ਕੈਰਮ ਬੋਰਡ ਖੇਡਣਾ ਚਾਹੁੰਦੀ ਸੀ। 12ਵੀਂ ਜਮਾਤ ਦਾ ਨਤੀਜਾ ਆਉਣ ਉਪਰੰਤ ਮੰਮੀ ਪਾਪਾ ਮੀਨਾਕਸ਼ੀ ਨੂੰ ਕਿੱਥੋਂ ਲੈ ਕੇ ਆਏ? 12ਵੀਂ ਉਪਰੰਤ ਮੰਮੀ ਪਾਪਾ ਉਸਨੂੰ ਉਸਦੀ ਭੂਆ ਦੇ ਘਰੋਂ ਲੈ ਕੇ ਆਏ। ਪਾਸ ਹੋਣ ਦੇ ਤੋਹਫੇ ਵਜੋਂ ਮੀਨਾਕਸ਼ੀ ਨੇ ਮੰਮੀ ਪਾਪਾ ਤੋਂ ਕਿਹੜੀ ਅਤੇ ਕਦੋਂ ਅਤੇ ਕਿਹੜੀ ਚੀਜ਼ ਮੰਗੀ? ਪਾਸ ਹੋਣ ਦੇ ਤੋਹਫੇ ਵਜੋਂ ਮੀਨਾਕਸ਼ੀ ਨੇ ਆਪਣੇ ਮੰਮੀ ਪਾਪਾ ਤੋਂ ਨਵਾਂ ਮੋਬਾਈਲ ਫ਼ੋਨ ਮੰਗਿਆ ਸੀ। ਜਿੱਦਾਂ ਕਿ ਉਸਦਾ 20 ਦਿਨ ਬਾਅਦ ਜਨਮਦਿਨ ਆਉਣ ਲੱਗਾ ਸੀ ਤਾਂ ਜਨਮਦਿਨ ਦੇ ਮੌਕੇ 'ਤੇ ਉਸਨੇ ਆਪਣੇ ਮੰਮੀ ਪਾਪਾ ਕੋਲ ਨਵੇਂ ਮੋਬਾਈਲ ਦੀ ਮੰਗ ਕੀਤੀ। ਕਹਾਣੀ ਵਿੱਚ ਹਾਦਸਾ ਵਾਪਰਨ ਦਾ ਮੁੱਖ ਕਾਰਨ ਕੀ ਹੈ? ਇਸ ਬਾਰੇ ਵਿਸਥਾਰ ਸਹਿਤ ਦੱਸੋ। ਇਹ ਕੁਐਸਚਨ ਵਿੱਚ ਤੁਸੀਂ ਟਿੱਪਣੀ ਵੀ ਲਿਖ ਸਕਦੇ ਹੋ। ਇਸ ਵਿੱਚ ਤੁਸੀਂ ਲਾਪਰਵਾਹੀ ਬਾਰੇ ਦੱਸਣਾ ਹੈ ਕਿ ਕਿਸ ਤਰ੍ਹਾਂ ਲੋਕ ਲਾਪਰਵਾਹ ਹੋ ਜਾਂਦੇ ਹਨ ਅਤੇ ਫਿਰ ਜਦੋਂ
ਹਾਦਸਾ ਵਾਪਰ ਜਾਂਦਾ ਹੈ, ਫਿਰ ਆਪਣੀਆਂ ਗਲਤੀਆਂ 'ਤੇ ਪਛਤਾਉਂਦੇ ਹਨ। ਜਿਸ ਤਰ੍ਹਾਂ ਸਾਡੀ ਨੌਜਵਾਨ ਪੀੜ੍ਹੀ ਏਅਰਫੋਨ ਦੀ ਵਰਤੋਂ ਹੱਦ ਤੋਂ ਵੱਧ ਕਰ ਰਹੀ ਹੈ, ਜਿਸ ਤਰ੍ਹਾਂ ਮੀਨਾਕਸ਼ੀ ਵਾਰ-ਵਾਰ ਏਅਰਫੋਨ ਦੀ ਵਰਤੋਂ ਤੋਂ ਨਹੀਂ ਰੁਕਦੀ ਸੀ। ਅਖੀਰ ਵਿੱਚ ਜਦੋਂ ਉਸਦੀ ਆਦਤ ਕਾਰਨ, ਉਸਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਤਾਂ ਉਹ ਆਪਣੇ ਆਪ ਨੂੰ ਕੋਸਣ ਲੱਗ ਪਈ। ਇਸ ਤੋਂ ਬਾਅਦ ਪਾਠ ਤੋਂ ਅੱਗੇ, ਕੀ ਤੁਸੀਂ ਕਦੇ ਆਪਣੇ ਏਅਰਫੋਨ ਦੀ ਹੱਦ ਤੋਂ ਵਰਤੋਂ ਕੀਤੀ ਹੈ? ਆਪਣਾ ਤਜਰਬਾ ਬਿਆਨ ਕਰੋ। ਇਸ ਕੁਐਸਚਨ ਵਿੱਚ ਇਹ ਤੁਹਾਡੇ ਵੈਲਿਊ ਬੇਸਡ ਕੁਐਸਚਨ ਹਨ। ਜ਼ਿਆਦਾਤਰ ਐਗਜ਼ਾਮਸ ਵਿੱਚ ਨਹੀਂ ਆਉਂਦੇ, ਪਰ ਫਿਰ ਵੀ ਇੱਕ ਵਾਰ ਤੁਸੀਂ ਪੜ੍ਹ ਕੇ ਚਲੇ ਜਾਓ। ਇਸ ਕੁਐਸਚਨ ਵਿੱਚ ਤੁਸੀਂ ਆਪਣਾ ਦੇ ਸਕਦੇ ਹੋ ਕਿ ਤੁਸੀਂ ਏਅਰਫੋਨ ਵਰਤਦੇ ਹੋ ਜਾਂ ਨਹੀਂ, ਉਸ ਬਾਰੇ ਤੁਸੀਂ ਆਪਣੇ ਵਿਚਾਰ ਪੇਸ਼ ਕਰਨੇ ਹਨ। ਅਗਲਾ ਕੁਐਸਚਨ, ਕਹਾਣੀ ਵਿੱਚ ਏਅਰਫੋਨ ਦੇ ਬੁਰੇ ਪ੍ਰਭਾਵ ਦੱਸੇ ਗਏ ਹਨ। ਕੀ ਤੁਸੀਂ ਇਸ ਦੇ ਕੁਝ ਫਾਇਦੇ ਦੱਸ ਸਕਦੇ ਹੋ? ਹਾਂਜੀ, ਹਾਂ। ਇਸ ਵਿੱਚ ਤੁਸੀਂ ਏਅਰਫੋਨ ਦੇ ਫਾਇਦੇ ਦੱਸਣੇ ਹਨ ਕਿ ਕਿਸ ਤਰ੍ਹਾਂ ਇਹ ਮਨੋਰੰਜਨ ਵਿੱਚ ਸਾਡੀ ਸਹਾਇਤਾ ਕਰਦਾ ਹੈ। ਮਨੋਰੰਜਨ ਦਾ ਇੱਕ ਸਾਧਨ ਹੈ, ਜਿਸ 'ਤੇ ਗਾਣੇ ਸੁਣ ਸਕਦੇ ਹਾਂ ਅਤੇ ਹੋਰ ਆਦਿ। ਤੁਸੀਂ ਇਸ ਦੇ ਲਾਭ ਫਾਇਦੇ ਹੀ ਦੱਸਣੇ ਹਨ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਏਅਰਫੋਨ ਦੀ ਵਧੇਰੇ ਵਰਤੋਂ ਨਾਲ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ? ਆਪਣੇ ਵਿਚਾਰਾਂ ਵਿੱਚ ਆਪਣੇ ਮਿੱਤਰ ਨੂੰ ਕਿਵੇਂ ਪ੍ਰਭਾਵਿਤ ਕਰੋਗੇ? 10 ਸੰਵਾਦ ਲਿਖੋ। ਇਸ ਵਿੱਚ ਤੁਸੀਂ ਡਾਇਲੋਗ ਲਿਖਣੇ ਹਨ। ਦੋ ਮਿੱਤਰਾਂ ਦੀ ਗੱਲ, ਜਿਵੇਂ ਰਾਮ ਅਤੇ ਸ਼ਾਮ, ਇਹ ਦੋ ਮਿੱਤਰਾਂ ਦੀ ਗੱਲ ਹੋ ਰਹੀ ਹੋਵੇ ਅਤੇ ਇਸ ਵਿੱਚ ਤੁਸੀਂ ਏਅਰਫੋਨ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ, ਕਿਸ ਤਰ੍ਹਾਂ ਏਅਰਫੋਨ ਦੇ ਕਾਰਨ ਸਾਡੀ ਇਨਸਾਨਾਂ ਦੀ ਸੁਣਨ ਸ਼ਕਤੀ ਘੱਟ ਹੁੰਦੀ ਹੈ, ਉਸ 'ਤੇ ਰੋਸ਼ਨੀ ਪਾਉਣੀ ਹੈ। ਅਗਲਾ ਕੁਐਸਚਨ, ਏਅਰਫੋਨ ਦੀ ਵਰਤੋਂ ਨਾਲ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਦੇ ਹਵਾਲੇ ਨਾਲ ਇੱਕ ਲੇਖ ਲਿਖੋ। ਇਸ ਵਿੱਚ ਤੁਸੀਂ ਦੱਸਣਾ ਹੈ ਕਿ ਕਿਸ ਤਰ੍ਹਾਂ ਏਅਰਫੋਨ ਦੇ ਕਾਰਨ ਕਈ ਘਟਨਾਵਾਂ ਵਾਪਰ ਰਹੀਆਂ, ਸੜਕ ਦੁਰਘਟਨਾਵਾਂ, ਸੁਣਨ ਸ਼ਕਤੀ ਘੱਟ ਹੋ ਰਹੀ ਹੈ, ਉਸ ਬਾਰੇ ਲੋਕਾਂ ਦੇ ਆਪਰੇਸ਼ਨ ਕੀਤੇ ਜਾ ਰਹੇ ਹਨ ਕੰਨਾਂ ਦੇ, ਲੋਕ ਜਲਦੀ ਹੀ ਬੋਲੇ ਹੋਏ ਜਾ ਰਹੇ ਹਨ ਛੋਟੀ ਹੀ ਉਮਰ ਵਿੱਚ। ਇਸ ਬਾਰੇ ਤੁਸੀਂ ਆਪਣੇ ਵਿਚਾਰ ਪੇਸ਼ ਕਰਨੇ ਹਨ। ਵਾਕਾਂ ਨੂੰ ਸ਼ੁੱਧ ਕਰਕੇ ਲਿਖੋ। ਇਹ ਤੁਸੀਂ ਆਪ ਕਰ ਸਕਦੇ ਹੋ। ਮੰਮੀ ਪਾਪਾ ਬਾਜ਼ਾਰ ਜਾਂਦਾ ਹੈ, ਮੰਮੀ ਪਾਪਾ ਬਾਜ਼ਾਰ ਜਾਂਦੇ ਹਨ। ਏਅਰਫੋਨ ਮੀਨਾਕਸ਼ੀ ਸੁਣਦੀ ਹੈ, ਮੀਨਾਕਸ਼ੀ ਏਅਰਫੋਨ ਸੁਣਦੀ ਹੈ। ਡਾਕਟਰ ਨੇ ਮੀਨਾਕਸ਼ੀ ਬੁਲਾਇਆ, ਮੀਨਾਕਸ਼ੀ ਨੇ ਡਾਕਟਰ ਬੁਲਾਇਆ। ਦੱਸਿਆ ਉਸਨੇ MBA ਕਰ ਲਈ ਹੈ, ਉਸਨੇ ਦੱਸਿਆ ਕਿ MBA ਕਰ ਲਈ ਹੈ। ਮੀਨਾਕਸ਼ੀ ਮੰਮੀ ਪਾਪਾ ਆਪਣੇ ਨਾਲ ਹੌਲੀ ਹੌਲੀ ਦੁੱਖ ਸੁੱਖ ਫੋਲ ਰਹੀ ਹੈ। ਮੀਨਾਕਸ਼ੀ ਆਪਣੇ ਮੰਮੀ ਪਾਪਾ ਨਾਲ ਹੌਲੀ ਹੌਲੀ ਦੁੱਖ ਸੁੱਖ ਫੋਲ ਰਹੀ ਹੈ। ਵਾਕਾਂ ਨੂੰ ਮੁਹਾਵਰੇ ਬਣਾਓ। ਸੁਣ ਸੱਟ ਮਗਰੋਂ ਮੀਨਾਕਸ਼ੀ ਹੱਥ ਘਸਾਉਂਦੀ ਰਹਿ ਗਈ। ਹੱਥ ਘਸਾਉਂਦੇ ਰਹਿ ਜਾਣਾ। ਮੰਮੀ ਪਾਪਾ ਦੀਆਂ ਨਸੀਹਤਾਂ ਨਾਲ ਮੀਨਾਕਸ਼ੀ ਦੇ ਕੰਨਾਂ ਉੱਪਰ ਜੂੰ ਵੀ ਨਹੀਂ ਸਰਕੀ ਰਹੀ ਸੀ। ਜੂੰ ਨਾ ਸਰਕਣਾ। ਮੀਨਾਕਸ਼ੀ ਮੋਹਰੇ ਮਾਪਿਆਂ ਦੀ ਦਾਲ ਨਹੀਂ ਗਲ ਰਹੀ ਸੀ, ਦਾਲ ਨਾ ਗਲਣਾ। ਮੀਨਾਕਸ਼ੀ ਦੇ ਸਵਾਲ ਪੁੱਛਣ ਉੱਪਰ ਮੀਨਾਕਸ਼ੀ ਆਪਣੇ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੰਦੀ ਸੀ। ਪੈਰਾਂ ਉੱਤੇ ਪਾਣੀ ਨਾ ਪੈਣ ਦੇਣਾ। ਇਸ ਤੋਂ ਅੱਗੇ ਯੋਜਕ ਦੀ ਪਛਾਣ ਕਰਨੀ ਹੈ, ਇਹ ਤੁਸੀਂ ਆਪ ਕਰ ਸਕਦੇ ਹੋ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਏਗੀ। ਜੋ ਵੀ ਤੁਹਾਨੂੰ ਹੋਰ ਕੋਈ ਪ੍ਰੋਬਲਮ ਆਏ ਇਸ ਚੈਪਟਰ 'ਚ, ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਆਪਣੀ ਪ੍ਰੋਬਲਮ, ਮੈਂ ਤੁਹਾਨੂੰ ਇਸ ਦਾ ਜਵਾਬ ਜ਼ਰੂਰ ਦਿਆਂਗਾ। ਧੰਨਵਾਦ। ਅਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਅਸੀਂ ਹੋਰ ਵੀਡੀਓ ਬਣਾ ਕੇ ਤੁਹਾਡੇ ਹਰ ਸਵਾਲਾਂ ਦੇ ਜਵਾਬ ਦਿਆਂਗੇ, ਤੁਹਾਨੂੰ ਹੋਰ ਵੀ ਚੈਪਟਰਾਂ ਦੀ ਸਮਰੀ ਅਤੇ ਐਕਸਪਲੇਨੇਸ਼ਨ ਬਾਰੇ ਦੱਸਾਂਗੇ। ਬਹੁਤ ਬਹੁਤ ਧੰਨਵਾਦ।